ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਵਿੱਚ ਖੰਡਾਂ ਦਾ ਜ਼ਿਕਰ ਹੈ। ਇਹ ਖੰਡਾਂ ਦਾ ਜ਼ਿਕਰ ਬਹੁਤ ਅਹਿਮ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚਖੰਡ। ਖੰਡਾਂ ਰਾਹੀਂ ਗੁਰੂ ਸਾਹਿਬ ਸਾਨੂੰ ਕੀ ਮਹੱਤਵਪੂਰਨ ਸੁਨੇਹਾ ਦੇ ਰਹੇ ਨੇ। ਸੌਖਿਆਂ ਸਮਝਣ ਲਈ ਇਹ ਜੋ ਜੀਵਨ ਹੈ, ਇਹ ਜੋ ਜੀਵਨ ਦੀ ਤੌਰ ਹੈ, ਇਹ ਵੀ ਇੱਕ ਖੇਡ ਹੈ। ਅਸੀਂ ਸਮਝੀਏ ਕਿ ਕਿਸੇ ਨੇ ਕੋਈ ਨਵੀਂ ਖੇਡ ਦੱਸਣੀ ਹੋਏ ਤੇ ਉਹ ਸਾਰੇ ਨੇ ਕਹਿਣਗੇ ਆਓ ਤੁਹਾਨੂੰ ਮੈਂ ਦੱਸਾਂ ਇਹ ਖੇਡ ਕਿਵੇਂ ਖੇਡਣੀ ਹੈ। ਤੇ ਉਹ ਕੁਝ ਜਿਹੜੇ ਆਸ-ਪਾਸ ਇਕੱਠੇ ਹੋ ਜਾਣਗੇ ਤੇ ਉਹ ਸਮਝਣਗੇ ਵੀ ਇਹ ਇਸ ਤਰ੍ਹਾਂ ਖੇਡਣਾ। ਚਲੋ ਹੁਣ ਤੁਸੀਂ ਇੱਧਰ ਨੂੰ ਚਲੇ ਜਾਓ ਤੇ ਆ ਤੁਸੀਂ ਹੋਰ ਆ ਜਾਓ। ਹੁਣ ਇਹ ਕੌਣ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਕਿਵੇਂ ਖੇਡਣਾ ਹੈ? ਤੇ ਉਹ ਕੌਣ ਸੀ? ਇਹ ਉਹਨਾਂ ਨੂੰ ਪਤਾ ਹੈ, ਉਹਨਾਂ ਨੂੰ ਹੁਣ ਪਤਾ ਹੈ ਕਿ ਕਿਵੇਂ ਖੇਡਣਾ ਹੈ। ਜਾਣਕਾਰ ਹੋਣਾ ਤੇ ਜਾਣਕਾਰ ਨਾ ਹੋਣਾ, ਇਹ ਦੋ ਜਿਵੇਂ ਮਾਨੋ ਅਵਸਥਾਵਾਂ ਨੇ। ਇਹ ਜੋ ਜੀਵਨ ਰੌ ਜੋ ਹੈ, ਜੋ ਉਤਪਤੀ ਹੈ ਤੇ ਉਸ ਤੋਂ ਬਾਅਦ ਇਹ ਸਾਰੀ ਜੋ ਖੇਡ ਹੈ, ਇਹ ਜੋ ਵਿਸ਼ਾਲ ਅਧਿਆਤਮਕ ਪੱਧਰ ਤੇ ਜਿਹੜੀ ਕਰਤਾਰ ਦੀ, ਅਕਾਲ ਪੁਰਖ ਦੀ ਖੇਡ ਇਹ ਜੀਆਂ ਦੇ ਨਾਲ ਹੈ, ਇਸ ਖੇਡ ਦੀ ਜਾਣਕਾਰੀ ਹੋਣਾ ਇੱਕ ਜਾਣਕਾਰ ਹੋਣ ਦੀ ਅਵਸਥਾ ਹੈ। ਹੁਣ ਇਹ ਜੋ ਜਾਣਕਾਰ ਹੋਣ ਦਾ, ਜਾਣਕਾਰ ਵਿੱਚ ਵੀ ਅਸੀਂ ਕੀ ਕਰ ਸਕਦੇ ਹਾਂ ਕਿ ਜਾਣਕਾਰੀ ਨੂੰ ਵੀ ਆਪਾਂ ਦੋ ਤਰੀਕੇ ਨਾਲ ਸਮਝ ਸਕਦੇ ਹਾਂ। ਇੱਕ ਹੈ ਉਸਦਾ ਸਟਰਕਚਰਲ ਐਸਪੈਕਟ ਕਿ ਉਹਦਾ ਢਾਂਚਾ ਕੀ ਹੈ। ਇੱਕ ਉਸਦਾ ਹੈ ਫੰਕਸ਼ਨਲ ਐਸਪੈਕਟ ਵੀ ਉਹ ਢਾਂਚਾ ਕੰਮ ਕਿਵੇਂ ਕਰਦਾ। ਹੁਣ ਖੇਡ ਦੇ ਆ ਨਿਯਮ ਨੇ ਤੇ ਇਹਨਾਂ ਨਿਯਮਾਂ ਦੀ ਇਹ ਇਸ ਤਰ੍ਹਾਂ ਇਹਨਾਂ ਨੂੰ ਐਕਚੁਅਲੀ ਖੇਡ ਕੇ ਕਿਵੇਂ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ। ਕੁਝ ਚੀਜ਼ਾਂ ਤਾਂ ਫਿਕਸ ਨੇ, ਕੁਝ ਚੀਜ਼ਾਂ ਤਾਂ ਬਿਲਕੁਲ ਜਿਸ ਤਰ੍ਹਾਂ ਹਿਲ ਨਹੀਂ ਸਕਦੀਆਂ ਆਪਣੀ ਜਗ੍ਹਾ ਤੋਂ। ਜਿਵੇਂ ਪਾਣੀ ਚੱਲੇ ਨਿਵਾਣ ਨੂੰ, ਪਾਣੀ ਹਮੇਸ਼ਾ ਥੱਲੇ ਹੀ ਜਾਏਗਾ, ਅੱਗ ਹਮੇਸ਼ਾ ਉੱਤੇ ਜਾਏਗੀ, ਔਰ ਲਾਈਟ ਵੇਵ ਸਿੱਧੀ ਜਾਏਗੀ, ਸਾਊਂਡ ਵੇਵ ਖਿੜਕੀਆਂ ਬਾਰੀਆਂ ਚੋਂ ਟੇਢਾ ਮੇਢਾ ਘੁੰਮ ਸਕਦੀ। ਕੁਝ ਚੀਜ਼ਾਂ ਨਿਰਧਾਰਤ ਨੇ। ਇਹ ਧਰਤੀ, ਇਹ ਹਵਾ, ਪਵਨ, ਇਹ ਆਪਣੇ ਨਿਯਮ ਵਿੱਚ ਚੱਲ ਰਹੇ ਨੇ। ਜੀਆਂ ਨੂੰ ਇੱਕ ਛੋਟੀ ਜੀ ਖੁੱਲ ਹੈ। ਉਹ ਖੁੱਲ ਜੋ ਹੈ, ਉਸ ਖੁੱਲ ਦਾ ਇਸਤੇਮਾਲ ਜੀ ਇੱਧਰ ਜਾਂ ਉੱਧਰ ਇੰਨਾ ਕੁ ਕਰ ਸਕਦੇ। ਹੁਣ ਇਸ ਨੂੰ ਗੁਰੂ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਇਹ ਜੋ ਸਾਡੇ ਮਨ ਦੀਆਂ ਜਿਹੜੀਆਂ ਸਾਡੀਆਂ ਸੋਚਾਂ ਨੇ, ਅਸੀਂ ਸੋਚਦਾ ਜਦੋਂ ਕੁਝ ਸੋਚਦੇ ਹਾਂ ਉਹਦੇ ਹਿਸਾਬ ਨਾਲ ਅਸੀਂ ਕੁਝ ਬੋਲਦੇ ਹਾਂ, ਉਹਦੇ ਹਿਸਾਬ ਨਾਲ ਕੁਝ ਕਰਦੇ ਹਾਂ। ਹੁਣ ਇਹ ਜੋ ਸਾਡੀ ਸੋਚ ਹੈ, ਉਹ ਸੋਚ ਦੇ ਨਾਲ ਅਸੀਂ ਕਿਸੇ ਪਲ, ਕਿਸੇ ਕੰਮ ਨੂੰ, ਕਿਸੇ ਕਾਰਨ, ਕਿਸੇ ਜਗ੍ਹਾ ਤੇ ਇਹ ਵੀ ਕਰ ਸਕਦੇ ਹਾਂ ਤੇ ਉਹ ਵੀ ਕਰ ਸਕਦੇ ਹਾਂ। ਗੁਰਬਾਣੀ ਸਾਨੂੰ ਹਮੇਸ਼ਾ ਗਾਈਡ ਕਰਦੀ ਹੈ ਔਰ ਇੱਕ ਸਾਡੀ ਵੌਇਸ ਆਫ ਕੌਨਸ਼ੀਅਸਨੈਸ ਹੈ, ਉਹ ਸਾਨੂੰ ਅੰਦਰੋਂ ਗਾਈਡ ਕਰਦੀ ਹੈ ਕਿ ਭਲਿਆ ਆ ਨਹੀਂ ਕਰਨਾ। ਗੁਰਬਾਣੀ ਸਾਨੂੰ ਇਨ ਰਾਈਟਿੰਗ ਉਹ ਚੀਜ਼ ਲਿਖਤ ਵਿੱਚ ਦੱਸ ਦਿੰਦੀ ਹੈ ਕਿ ਇਹ ਗੱਲ ਇਉਂ ਹੈ। ਤੋ ਇਸ ਤਰ੍ਹਾਂ ਦੇ ਇਹ ਕੁਝ ਨਿਯਮ ਨੇ ਜਿਹੜੇ ਇਹ ਜੋ ਅਧਿਆਤਮਕ ਖੇਡ ਚੱਲ ਰਹੀ ਹੈ। ਖੇਡ ਸਿਰਫ ਇਹੀ ਹੈ ਕਿ ਉਸ ਵੇਲੇ ਉਹਨਾਂ ਪਲਾਂ ਤੇ ਅਸੀਂ ਕਿਹੜਾ ਫੈਸਲਾ ਕਰਦੇ ਹਾਂ। ਉਹ ਫੈਸਲਾ ਠੀਕ ਫੈਸਲਾ ਹੈ ਕਿ ਉਹ ਫੈਸਲਾ ਜਿਹੜਾ ਠੀਕ ਨਹੀਂ ਹੈ। ਔੜਕ ਜਿਹੜੀ ਹੈ ਖੇਡ, ਜਿਉਣ ਤੋਂ ਲੈ ਕੇ ਮਰਨ ਤੱਕ, ਇਹ ਸਾਡੇ ਜੀਵਨ 'ਚ ਇਹ ਪਲ ਆ ਰਹੇ ਨੇ, ਜਾ ਰਹੇ ਨੇ।
ਤੇ ਇਸ ਇਹਨਾਂ ਪਲਾਂ ਦੇ ਮਹੱਤਵ ਨੂੰ ਗੁਰਬਾਣੀ ਦਰਸਾਉਂਦੀ ਹੈ ਤੇ ਇਹ ਸਾਰੀ ਖੇਡ ਦਾ ਜਾਣਕਾਰ ਹੋਣਾ, ਇਸ ਖੇਡ ਦੇ ਫੰਕਸ਼ਨਲ ਐਸਪੈਕਟ ਤੋਂ, ਇਹਦੀ ਕਾਰਜਸ਼ੀਲਤਾ ਤੋਂ ਜਾਣੂ ਹੋਣਾ ਜਾਣਕਾਰ ਹੋਣ ਦੀ ਅਵਸਥਾ ਹੈ। ਇਸ ਜਾਣਕਾਰ ਹੋਣ ਦੀ ਅਵਸਥਾ ਨੂੰ ਕਹਿੰਦੇ ਹੈ ਧਰਮਖੰਡ। ਧਰਮਖੰਡ ਫਿਰ ਕੀ ਹੋਇਆ ਕਿ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਇਹ ਜੋ ਵਿਧਾਨ ਹੈ, ਇਹ ਜੋ ਖੇਡ ਹੈ, ਇਸ ਅਧਿਆਤਮਕ ਖੇਡ ਦੇ ਨਿਯਮ ਜਿਹੜੇ ਨੇ ਇਹ ਕਿਸ ਤਰ੍ਹਾਂ ਲਾਗੂ ਹੁੰਦੇ ਪਏ, ਜਿਨ੍ਹਾਂ ਨੂੰ ਇਸ ਦੀ ਸੋਝੀ ਹੋ ਗਈ, ਉਹ ਉਹਨਾਂ ਦੀ ਅਵਸਥਾ ਕਿੱਥੇ ਆ ਗਈ? ਇਹ ਧਰਮਖੰਡ ਵਿੱਚ ਨੇ। ਇਹ ਧਰਮਖੰਡ ਦਾ ਅਰਥ ਹੈ, ਇਹ ਧਰਮਖੰਡ ਦਾ ਮਹੱਤਵ ਹੈ। ਗੁਰੂ ਸਾਹਿਬ ਨੇ ਜੋ ਇਹ, ਕਿਉਂਕਿ ਵਿਧਾਨ ਬੜਾ ਮਹੱਤਵਪੂਰਨ ਹੈ, ਇਹ ਜੋ ਸਾਰਾ ਖੇਡ ਚੱਲ ਰਹੀ ਹੈ, ਤੋ ਇਸ ਖੇਡ ਨੂੰ ਸਾਡੇ ਅਵਸਥਾਵਾਂ ਦੇ ਨਾਲ ਜੋੜ ਕੇ ਤੇ ਉਹਨਾਂ ਨੂੰ ਕਲਾਸੀਫਾਈ ਕਰਕੇ ਇਹ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਗੱਲ ਕਿ ਇਹ ਚੱਲਦਾ ਕਿਵੇਂ ਹੈ, ਇਹ ਖੇਡ ਕਿਵੇਂ, ਇਸ ਦੇ ਨਿਯਮ ਲਾਗੂ ਹੋ ਰਹੇ ਨੇ। ਹੁਣ ਆ ਜਾਣਕਾਰੀ ਹੋ ਜਾਣਾ, ਮਾਨੋ ਕਿ ਇੱਕ ਜੀ ਜਿਹੜਾ ਹੈ ਉਹ ਧਰਮਖੰਡ ਵਿੱਚ ਵਿਚਰ ਰਿਹਾ, ਜਿਸ ਨੂੰ ਇਹ ਜਾਣਕਾਰੀ ਨਹੀਂ, ਉਹ ਧਰਮਖੰਡ ਵਿੱਚ ਨਹੀਂ ਹੈ। ਧਰਮਖੰਡ ਵਿੱਚ ਹੋਣਾ ਇੱਕ ਅਵਸਥਾ ਹੈ ਕਿ ਉਸ ਨੂੰ ਹੁਣ ਜਾਣਕਾਰੀ ਹੈ। ਹੁਣ ਜਦੋਂ ਅਸੀਂ ਧਰਮਖੰਡ ਦੀ ਵਿਚਾਰ ਕਰਾਂਗੇ, ਇਹ ਉਹ ਜਾਣਕਾਰੀ ਹੈ ਜਿਸ ਨੂੰ ਪੱਲੇ ਬੰਨ ਕੇ ਅਸੀਂ ਵੀ ਇਹ ਮੈਂ ਜਾਣਕਾਰ ਹੋ ਗਿਆ ਇਸ ਗੱਲ ਦਾ, ਇਹਦਾ ਮਤਲਬ ਮੇਰੀ ਅਵਸਥਾ ਧਰਮਖੰਡ ਵਿੱਚ ਹੋ ਗਈ, ਹੁਣ ਮੈਂ ਧਰਮਖੰਡ ਵਿੱਚ ਹਾਂ। ਹੁਣ ਇਹ ਅਵਸਥਾਵਾਂ ਨੇ। ਇਸ ਤੋਂ ਪਹਿਲੇ ਕੜੀ ਜੋੜੀਏ ਆਪਾਂ, ਜਿੱਥੇ ਸਾਡੀ ਪਹਿਲੀ 33ਵੀਂ ਪੌੜੀ ਜਿੱਥੇ ਆ ਕੇ ਖਤਮ ਹੋਈ ਕਿ ਨਾਨਕ ਇਸ ਗੱਲ ਨੂੰ, ਹੇ ਮਨ ਇਸ ਗੱਲ ਨੂੰ ਸਮਝ, ਜਦੋਂ ਅਸੀਂ ਨਾਨਕ ਬੋਲਦੇ ਹਾਂ, ਜਦੋਂ ਕੱਕਾ ਮੁਕਤਾ ਹੁੰਦਾ, ਨਾਨਕ ਉੱਤਮ ਨੀਚ ਨਾ ਕੋਏ, ਵੀ ਕੋਈ ਆਪਣੇ ਆਪ ਵਿੱਚ ਉੱਤਮ ਹੋ ਜਾਏ ਕਿ ਮੈਂ ਉੱਤਮ ਹੋਇਆ, ਮੈਂ ਉੱਤਮ ਹੋਵਾਂਗਾ ਜੀ, ਤੇ ਕੋਈ ਕਹਿ ਦੇ ਮੈਂ ਨੀਚ ਹੋਵਾਂਗਾ, ਜਾਂ ਕੋਈ ਕਿਸੇ ਨੂੰ ਕਹਿ ਦੇ ਉਹ ਨੀਚ ਹੋਏਗਾ ਤੇ ਮੈਂ ਉੱਤਮ ਹੋਵਾਂਗਾ। ਨਾ ਕੋਈ ਆਪਣੇ ਆਪ ਵਿੱਚ ਉੱਤਮ ਹੋ ਸਕਦਾ ਹੈ, ਨਾ ਕੋਈ ਆਪਣੇ ਆਪ ਨੀਚ ਵੀ ਬਣ ਸਕਦਾ ਹੈ। ਆਪਣੇ ਆਪ ਦਾ ਮਤਲਬ ਕੀ ਹੋਇਆ ਕਿ ਉਸ ਸਿਸਟਮ ਦੇ ਨਾਲ, ਉਸ ਖੇਡ ਦੇ ਨਿਯਮਾਂ ਦੇ ਵਿੱਚ ਕੋਈ ਉੱਤਮ ਹੋਏਗਾ ਤੇ ਕੋਈ ਨੀਚ ਬਣੇਗਾ। ਆਪਣੇ ਆਪ ਨਹੀਂ। ਜਿਵੇਂ ਛੋਟੇ ਬੱਚੇ ਸਟਾਪੂ ਖੇਡ ਰਹੇ ਨੇ, ਗੁੱਲੀ ਡੰਡਾ ਖੇਡ ਰਹੇ ਨੇ, ਉਹ ਪਿੱਠੂ ਗਰਮ ਖੇਡ ਰਹੇ ਨੇ, ਕੋਈ ਵੀ ਖੇਡ ਖੇਡ ਰਹੇ ਨੇ, ਉਹ ਸਾਰੇ ਆਸ-ਪਾਸ ਖੜੇ ਨੇ, ਕੋਈ ਖੇਡੇ ਬਿਨਾਂ ਨਹੀਂ ਕਹਿ ਸਕਦਾ ਵੀ ਇਹ ਜਿੱਤ ਗਿਆ। ਉਹਨੂੰ ਖੇਡਣਾ ਪਏਗਾ। ਖੇਡਣ ਲੱਗਿਆ ਉਹਨੂੰ ਖੇਡ ਦੇ ਨਿਯਮ ਲਾਗੂ ਹੋਣਗੇ ਉਹਦੇ ਤੇ, ਖੇਡ ਕੋਈ ਵੀ ਹੋਏ, ਉਹ ਹਾਕੀ ਹੋਏ, ਕ੍ਰਿਕਟ ਹੋਏ, ਕੋਈ ਵੀ ਖੇਡ ਹੋਏ। ਅੱਜ ਕੱਲ ਟੀਵੀ ਚੈਨਲਾਂ ਤੇ ਰੋਜ਼ ਨਵੀਆਂ ਖੇਡਾਂ ਦੇ ਨਿਯਮ ਬਣਦੇ ਨੇ, ਫਿਰ ਸਮਝਾਏ ਜਾਂਦੇ ਨੇ। ਇਹ ਗੱਲ ਉਹੀ ਹੈ ਕਿ ਨਵੀਂ ਖੇਡ ਜਿਹਦਾ ਸਾਨੂੰ ਨਹੀਂ ਪਤਾ, ਔਰ ਇਹ ਸੱਚ ਹੈ ਕਿ ਸਾਨੂੰ ਆਪਣੇ ਜੀਵਨ ਦੀ ਖੇਡ ਦਾ ਵੀ ਬਹੁਤਿਆਂ ਨੂੰ ਨਹੀਂ ਪਤਾ। ਗੁਰੂ ਸਾਹਿਬ ਇੱਥੋਂ ਗੱਲ ਸ਼ੁਰੂ ਕਰਕੇ, ਨਾਨਕ ਉੱਤਮ ਨੀਚ ਨਾ ਕੋਏ, ਆਪਣੇ ਆਪ ਚ ਨਹੀਂ ਕੋਈ ਮੈਂ ਉੱਤਮ ਹਾਂ, ਮੈਂ ਤੇ ਉੱਤਮ ਹਾਂ। ਉਸ ਵਿਧਾਨ ਵਿੱਚ, ਉਸ ਖੇਡ ਵਿੱਚ, ਉਸ ਸਿਸਟਮ ਵਿੱਚ ਵੜਨਾ ਹੈ, ਵੜ ਕੇ ਉਹਨਾਂ ਨਿਯਮਾਂ ਅਨੁਸਾਰ ਚੱਲਣਾ ਹੈ। ਉਸ ਨਿਯਮਾਂ ਦੇ ਅਨੁਸਾਰ ਜਦੋਂ ਨਿਰਧਾਰਿਤ ਹੋਏਗਾ, ਹਾਂਜੀ ਇਹ ਉੱਤਮ ਹੈ। ਹੁਣ ਉਹ ਨਿਯਮ ਜਿਹੜੇ ਨੇ, ਉਹ ਜੋ ਖੇਡ ਚੱਲ ਰਹੀ ਹੈ, ਉਸ ਖੇਡ ਦਾ ਜੋ ਕਾਰਜਸ਼ੀਲਤਾ ਹੈ, ਜੋ ਉਸਦਾ ਫੰਕਸ਼ਨਲ ਐਸਪੈਕਟ ਹੈ, ਉਹ ਉਸ ਦਾ ਜਾਣਕਾਰ ਹੋਣਾ ਧਰਮਖੰਡ ਵਿੱਚ ਹੋਣਾ ਹੈ। ਆਓ ਸਮਝੀਏ ਕਿ ਇਹ ਧਰਮਖੰਡ ਕੀ ਹੈ। ਰਾਤੀ ਰੁੱਤੀ ਥਿੱਤੀ ਵਾਰ, ਵੀ ਇਹ ਜੋ ਤਾਮ ਚਾਮ ਹੈ,
दिन रात, राती दिन चढ़दा रात हुंदी, दिन चढ़दा रात हुंदी, दिन चढ़दा रात हुंदी। ए चल रहा है सिस्टम। राती, रुत्ती, रुत्तां आ रही रुत्तां जा रही, रुत्तां आ रही रुत्तां जा रही। कदी पतझड़ है, कदी बहार है, सावण है, मीह पै रहे ने, तो रुत्तां आ रही रुत्तां जा रही। राती, रुत्ती, तित्ती। जिहड़ा दिन रात है ना, इसदा इनू मापण दा भी दिन चढ़ गया रात हो गई है। एक मापदंड है चंद्रमा, जिन्हों कहते लूनर कैलेंडर। चंद्रमा के हिसाब नाल 15 थित्तां ने। उसका जिवें एक वीक हुंदा ना, एक वीक उहदा 15 दिनां दा। 15 थित्तां तो बाद फिर पहली थित, फिर 15 तो बाद फिर पहली थित। ये लूनर कैलेंडर है। वार ये है सूरज के हिसाब नाल, ओही जो दिन चढ़ रहे ने, समा बीत रहा है। मतलब जो सानू आस पास जिन्ना च असीं उलझदे हां, बाहर मुखी होके बाहर वाल ध्यान जांदा है, तां वार वार होए सोमवार तो लैके ऐतवार, 7 वार बेस्ड ऑन सूरज, सोलर कैलेंडर। ये 7 दिन के हिसाब नाल चलदे ने, और लूनर 15 दिन के हिसाब नाल चलदा है। इस करके लूनर कैलेंडर ते सोलर कैलेंडर कभी भी आपस में मेल नहीं खा सकते। उहदा मापदंड 15 दिनों का है, इहदा मापदंड 7 दिनों का है। तो गुरु साहब दोनों का जिक्र कर रहे हैं। राती, रुत्ती, तित्ती, वार। वार ने दसता ये सारे हुण बहुवचन च ने, क्योंकि वार एक इहो जिहा जगह सीगी जिथे औंकड़ लग सकता सीगा। कई बार, क्योंकि औंकड़ नहीं है, वार वार नहीं, वार। जो औंकड़ हुंदा सी बोलदे वार, असी बोले वार। वार दा मतलब होया कि ये बहुवचन है। तो इस करके रातां भी बहुवचन है, रुत्तियां भी बहुवचन है, ते तिथियां भी बहुवचन है, ते वार भी कई ने। तो राती, दिन रात आ रहे जा रहे, रुत्ती रुत्तां आ रही रुत्तां जा रही, तित्ती थित्तां आ रही थित्तां जा रही, वार वार आ रहे वार जा रहे। तो ये जो एक फ्लो है, ये जो चल रहा है, जीवन रों चल रही है, ਇਹਦੇ ਵਿੱਚ ਹੋਰ ਅੱਗੇ ਕੀ ਕੁਛ ਅਸੀਂ ਦੇਖਦੇ ਹਾਂ ਆਸ-ਪਾਸ। ਪਵਨ, ਪਾਣੀ, ਅਗਨੀ, ਪਾਤਾਲ। ਇਹਦੇ ਵਿੱਚ ਵੀ ਇਹ ਸਾਰੇ ਬਹੁਵਚਨ ਚ। ਪਵਨ ਨਹੀਂ ਹੈ, ਰਾਣੀ ਨੂੰ ਔਂਕੜ ਨਹੀਂ ਹੈ। ਪਵਨ ਹਵਾਵਾਂ, ਪਾਣੀ ਪਾਣੀਆਂ, ਅਗਨੀ ਅਗਨੀਆਂ, ਪਾਤਾਲ ਕਈ ਪਾਤਾਲ। धरती के उपर थले जो कुछ कहा सोचा जाता है। तो ये सारी तामझाम आस पास जो सानू नज़ारे नजर आते हैं, ਇਹਦੇ ਵਿੱਚ ਇਹ ਸਾਰੇ ਨਜ਼ਾਰੇ ਦਾ ਜੇ ਆਪਾਂ ਇੱਕ ਬਣਾ ਲਈਏ, ਤਿਸ ਵਿੱਚ, ਇਸ ਸਾਰੇ ਵਿੱਚ, ਇਸ ਸਾਰੀ ਜੀਵਨ ਰੌਂ ਦੇ ਵਿੱਚ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। धर्मसाल, साल की होंदा है एक इहो जी चटसाल, एक इहो जिहा स्कूल जिथे जिवें धर्मशाला, जिथे कुछ सिखिया जाता है, जिथों कुछ समझिया जाता है। तिस विच धरती थाप रखी, धर्म नूं जानण दी एक चाटशाल, तिस विच धरती थाप रखी धर्मसाल। तो धरती किहो जी जगह है, ये सारे विच राती रुत्ती थित्ती वारां दे विच, पवन पानी अग्नि पाताल विच, धरती किहो जी जगह है जिथे धर्म नूं कमाउण, धर्म नूं समझण, धर्म दी सोझी हासिल करन दी ये चाटसाल है, ये साडा स्कूल है। तिस विच ये सारे नज़ारे विच, ये सारे ब्रह्मांड विच, तिस विच धरती थाप रखी धर्मसाल। तो ये पता लग रहा सानूं, ये सोझी आ रही है धर्म खंड दी गल्लां कि इस विशाल जो जानकारी है, इस दी सोझी गुरु साहब सानू दे रहे ने। ये किहड़ी खेड है, इस खेड दे नियम की ने, खेड चलदी किवें।
तिस विच जीय जुगत के रंग, तिस विच इहदे विच इस चाटसाल विच कई तरह दी जुगतां वाले जी, जिन्हां दे रहन सहन दे तरीके अलग, जिन्हां दे सोचण दे तरीके अड्डो अड, जिन्हां दे बोलण दे तरीके अड्डो अड, जिन्हां दे रस्मां रिवाज अड्डो अड, जुगतां आपो अपनी जुगतां मतलब ढंग तरीके। तिस विच जी जुगत के रंग, के जुगत के रंग, तो के दोनों वास्ते कॉमन है। के जुगत कई तरह की जुगतां, के रंग किहो जे रंग ने साडे तो, साडे कोल चिट्टे तो चिट्टा ते काले तो काला ते विचकार व्हीटिश ते कई तरह दे। तो ये गुरु साहब इन्नी विशाल, सिर्फ अपना खिता नहीं, अपना जिला, अपना पिंड, मेरा परिवार नहीं, एडे ही वड्डा ये सारा कुछ जी इस तरह दे इन्ने कई जुगतां दे कई रंगां दे ने। तिनके नाम अनेक अनंत, उन्हां दे किन्ने तरह दे नाम ने। ਜਦੋਂ ਕਈ ਵਾਰੀ ਕਿਸੇ ਅੰਗਰੇਜ਼ ਦਾ, ਕਿਸੇ ਜਰਮਨ ਦਾ, ਕਿਸੇ ਫ੍ਰੈਂਚ ਦਾ ਨਾਮ ਸਾਨੂੰ ਨਾਮ ਹੀ ਸਮਝਦਾ ਲੱਗਦਾ ਵੀ ਇਹ ਵੀ ਨਾਮ ਹੈ ਕਿਸੇ ਬੰਦੇ ਦਾ। ਫਿਰ ਜਗ੍ਹਾ ਦੇ ਨਾਮ ਨੇ, ਬੰਦਿਆਂ ਦੇ ਨਾਮ ਨੇ, ਕਈ ਤਰ੍ਹਾਂ ਦੇ ਨਾਮ ਨੇ ਔਰ ਬੇਅੰਤ ਨੇ, ਕੋਈ ਅੰਤ ਨਹੀਂ ਹੈ ਔਰ ਨਵੇਂ ਨਵੇਂ ਜੀ ਪੈਦਾ ਹੋ ਰਹੇ, ਨਾਮ ਨਵੇਂ ਪੈਦਾ ਹੋ ਰਹੇ। तो किन्ने तरह के नाम ने, इन्हां दे बेअंतता है, विशालता है। पर हुण आंदी है जिहड़ी ओह खेड दे वापस आपां भी आ खिलारे दे विच, ओह खिलारा रुत्तां दा भी है, ओह राती दा भी है और तित्तां दा भी है, वारां दा भी है, और ओह खिलारा पाउणा पाणियां दा भी है, ते ओह जीआं जंतां दे नावां दा ते जुगतां दा ते रंगां दा भी है। पर इस विच जो तत् धर्मखंड की बात समझण वाली है कि कर्मी कर्मी होए विचार, ये जो लिखती एक नियम है, इस खेड का नियम है कि हर किसी जीव का, उहदी किहड़ी भी जुगत होए, उहदा कोई भी रंग होए, वो कित्थे भी रहिंदा है, वो किवें भी रहिंदा है, कुछ भी करता है, उसदे कीते हुए कर्मां दे हिसाब नाल उसदी विचार होनी ही होनी है। कर्मी कर्मी होए विचार, सच्चा आप सच्चा दरबार, ओ कायम दायम आप हमेशा स्थिर अकाल पुरख है और उसका दरबार लगता है, वो दरबार भी उसका स्थिर कायम दायम है। सच्चा आप सच्चा दरबार, तो ये एक विचार सारे दी होनी है। हर कीते कर्म नूं उहदे विच पाया जाना है, जो कुछ सोचा जा रहा है, जो कुछ बोलिया जा रहा है, जो कुछ कीता जा रहा है, इस दी इन्ने उहदे छाननी विचों दी लंघना है, कोई रोक नहीं सकता, कोई बचा नहीं सकता। तो ये धर्मखंड की सोझी है। कर्मी कर्मी होए विचार, सच्चा आप सच्चा दरबार, और उस दरबार विच तिथै सोहन पंच परवान। ये पंच परवान की असी बात पहले की है, सुने मन्ने मन्ने पंच, और पंच परवान होना कि मन्ने मन तक है पर हाले उसकी स्टैंप कि ये तो मैं है, पर मैनू किसी ने ऑथेंटिकेट किया कि नहीं। उस दरबार विच जेड़े चंगे जी चंगे कर्म करके जाते ने, ये चंगे कर्म उन्होंने उहदे हिरदे नूं पता ने, पर उसके दरबार विच वो स्टैंप मिल जानी, वो निशान मिल जाना कि हाँ शाबाश ये चंगा है। वो जो वो प्रवानता है, वो एक्सेप्टेंस है, अप्रूवल है, सर्टिफिकेशन है। सच्चा आप सच्चा दरबार, तिथे सोहन तिथे शोभदे ने।
ਉੱਥੇ ਜਾ ਕੇ ਉਹ ਜਿਹੜੇ ਸਾਧ ਨੇ, ਭਗਤ ਨੇ, ਸੰਤ ਨੇ, ਇਹ ਜੋ ਸੁਭਾਅ ਹੈ, ਇਹ ਮਨ ਦਾ ਪਹਿਰਾ ਹੈ, ਉਹ ਵਾਲੇ ਉੱਥੇ ਜਾ ਕੇ ਫਿਰ ਉਹਨਾਂ ਨੂੰ ਸ਼ਾਬਾਸ਼ੀ ਹੈ। ਤਿੱਥੈ ਸੋਹਨ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਨਦਰੀ ਕਰਮ ਪਵੈ ਨਿਸ਼ਾਨ, ਉਹਨਾਂ ਦੇ ਜੋ ਉਹਨਾਂ ਨੂੰ ਸਟੈਂਪ ਮਿਲ ਜਾਂਦੀ ਹੈ ਕਿ ਹਾਂਜੀ ਇਹ ਉਹਨਾਂ ਦੀ ਬਖਸ਼ਿਸ਼ ਦੇ ਨਾਲ, ਨਦਰੀ ਬਖਸ਼ਿਸ਼ ਦੇ ਨਾਲ, ਅਕਾਲ ਪੁਰਖ ਦੀ ਰਹਿਮਤ ਦੇ ਨਾਲ, ਨਦਰੀ ਕਰਮ ਉਹਨਾਂ ਤੇ ਇਹ ਬਖਸ਼ਿਸ਼ ਹੁੰਦੀ ਹੈ। ਪਵੈ ਨਿਸ਼ਾਨ, ਉਹਨਾਂ ਨੂੰ ਫਿਰ ਉਹ ਸਟੈਂਪ। ਤਾਂ ਇਹ ਬੈਕ ਐਂਡ, ਇਹ ਜਿਹੜਾ ਇੱਥੇ ਹੀ ਪਤਾ ਲੱਗ ਰਿਹਾ ਕਿ ਉੱਥੇ ਕੀ ਹੋਣਾ, ਰਿਟਨ ਚ ਗੁਰੂ ਸਾਹਿਬ ਸਾਨੂੰ ਦੱਸ ਰਹੇ, ਇਹ ਹੈ ਧਰਮਖੰਡ ਦੀ ਸੋਝੀ। ਹੁਣ ਕੱਚ ਪਕਾਈ ਉੱਥੇ ਪਾਏ, ਕਿੰਨਾ ਕੋਈ ਬੰਦਾ ਕੱਚਾ ਹੈ, ਅਸੀਂ ਇੱਥੇ ਕਹਿ ਦਿੰਦੇ ਆ ਵੀ ਇਹਦੇ ਕੋਲ ਕੀ ਹੈ। ਕੱਚ ਪਕਾਈ, ਕਿੰਨਾ ਕੱਚਾ ਹੈ, ਕਿੰਨਾ ਪੱਕਾ ਹੈ। ਕੱਚਾ ਮਨ ਕਰਕੇ, ਮਨ ਦੀ ਦ੍ਰਿੜਤਾ ਕਰਕੇ, ਜਦੋਂ ਕੋਈ ਇਹੋ ਜਿਹੇ ਹਾਲਾਤ ਹੋਣਗੇ ਆਸ-ਪਾਸ, ਜਿਵੇਂ ਕਹਿੰਦੇ ਨੇ ਚੋਰ ਉਹ ਹੈ ਜਿਹੜਾ ਫੜਿਆ ਜਾਵੇ। ਚੋਰ ਸਾਰੇ ਨੇ, ਪਰ ਫੜਿਆ ਜਾਂਦਾ ਉਹਨੂੰ ਕਹਿੰਦੇ ਚੋਰ ਹੈ। ਪਰ ਅਧਿਆਤਮਕ ਗੱਲ ਹੋਰ ਚੱਲਦੀ ਹੈ, ਜਿਹੜਾ ਮਨ ਕਰਕੇ ਚੋਰੀ ਕਰਨਾ ਚਾਹੁੰਦਾ ਹੈ ਉਹ ਵੀ ਚੋਰ ਹੈ, ਭਾਵੇਂ ਉਹ ਫੜਿਆ ਨਹੀਂ ਕਦੀ ਜਾਂਦਾ। ਮਨ ਦੇ ਪੱਧਰ ਤੇ, ਇਸੇ ਕਰਕੇ ਗੁਰਬਾਣੀ ਦਾ ਸਾਰਾ ਫੋਕਸ ਸਾਡੇ ਮਨ, ਸਾਡੇ ਵਿਚਾਰ ਦੇ ਪੱਧਰ ਤੇ, ਤੋਂ ਮਨ ਤੇ ਸਾਰਾ ਕੁੰਡਾ ਰਹਿੰਦਾ ਹੈ। ਇਹ ਨਾਮ ਦਾ, ਉਸ ਦੀ ਹੋਂਦ ਦਾ ਪਹਿਰਾ ਜਿਹੜਾ ਹੈ ਮਨ ਤੇ, ਇਸ ਦਾ ਇਸ ਕਰਕੇ ਏਡਾ ਵੱਡਾ ਮਹੱਤਵ ਹੈ। ਕੱਚ ਪਕਾਈ ਉੱਥੇ ਪਾਏ। ਹੁਣ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਕਿਹੜਾ ਕਿੰਨਾ ਕੱਚਾ ਨਿਕਲਿਆ ਤੇ ਕਿਹੜਾ ਕਿੰਨਾ ਪੱਕਾ ਨਿਕਲਿਆ। ਕੱਚ ਪਕਾਈ ਉੱਥੇ ਪਾਏ। ਨਾਨਕ, ਇਹ ਮਨ ਧਿਆਨ ਨਾਲ ਸੁਣ ਲੈ ਹੁਣ ਕੀ ਕੋਈ ਆ ਰਹੀ ਗੱਲ। ਨਾਨਕ ਗਿਆ ਜਾਪੈ ਜਾਏ, ਜਾ ਕੇ ਗਿਆ, ਜਿਹੜਾ ਜਦੋਂ ਜਾਂਦਾ ਉਸ ਨੂੰ ਉਹ ਜਾਪ ਸਕਦਾ ਹੈ। ਇਹ ਜਾਪਿਆ ਜਾ ਸਕਦਾ ਹੈ, ਜਾਪੈ ਜਾਏ। ਜਾ ਕੇ ਇਹ ਗੱਲ ਨੂੰ ਉੱਥੇ ਜਾ ਕੇ ਪਤਾ ਲੱਗਦਾ ਕਿ ਬਣਿਆ ਕੀ। ਤੋ ਇੱਕ ਸੀਨ ਸਾਡੇ ਸਾਹਮਣੇ ਆ ਗਿਆ ਕਿ ਹੈ ਇਹ ਸੀਨ ਤੇ ਮੇਰੇ ਨਾਲ ਬਣਨਾ ਹੀ ਬਣਨਾ, ਕਿ ਮੈਂ ਕਤਾਰ 'ਚ ਖੜਾ ਤੇ ਉੱਥੇ ਲੇਖਾ ਹੋ ਰਿਹਾ। ਤੇ ਲੇਖਾ ਰੱਬ ਮੰਗੇਸੀਆ, ਤੋ ਉਹ ਲੇਖਾ ਜੋਖਾ ਜੋ ਹੋਣਾ ਹੈ, ਉਹ ਦਰਬਾਰ ਉਸ ਦਾ ਆਪਣਾ ਹੈ। ਉਹ ਆਪ ਹਮੇਸ਼ਾ ਮੇਰੇ ਵੇਲੇ ਵੀ ਰਹਿਣਾ ਉਹਨੇ, ਸੱਚਾ ਆਪ, ਸੱਚਾ ਦਰਬਾਰ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਧਰਮਖੰਡ का ਇਹ ਹੋਤਾ है। तो ਧਰਮਖੰਡ ਦੀ ਇਹ ਹੈ ਉਸ ਦੀ ਬਾਤ, ਇਹ ਹੈ ਜਾਣਕਾਰੀ। तो ਇੱਥੋਂ ਅਗਲੀ ਗੱਲ, ਅਗਲਾ ਖੰਡ ਸ਼ੁਰੂ ਹੋਏਗਾ। तो ਇਹ ਜੋ ਜਾਣਕਾਰੀ ਹੈ ਕਿ ਇਸ ਸਾਨੂੰ ਜਾ ਕੇ ਜੋ ਪਤਾ ਲੱਗਣਾ ਹੈ, ਉਹ ਗੁਰੂ ਸਾਹਿਬ ਇੱਥੇ ਦੱਸ ਰਹੇ। तो ਇਹ ਜੋ ਖੇਡ, ਇਸ ਖੇਡ ਦਾ ਕਾਰਜਸ਼ੀਲਤਾ ਕੀ ਹੈ, ਕਿ ਇਸ ਦਾ ਫੰਕਸ਼ਨਲ ਐਸਪੈਕਟ ਕੀ ਹੈ, ਕਿ ਜੋ ਕੁਝ ਕੀਤਾ ਹੈ ਉਸ ਦਾ ਕਰਮੀ ਹੋਏ ਵਿਚਾਰ। ਹਰ ਇੱਕ ਦੇ, ਹਰ ਜੀ ਦੇ ਕੀਤੇ ਹੋਏ ਹਰ ਕਰਮ, ਕਿਸੇ ਵੀ ਪੱਧਰ ਤੇ ਕੀਤੇ ਹੋਏ ਕਰਮ, ਸੋਚ ਪੱਧਰ ਤੇ, ਬੋਲ ਪੱਧਰ ਤੇ, ਕੰਮ ਪੱਧਰ ਤੇ, ਉਸ ਦਾ ਲੇਖਾ ਜੋਖਾ ਹੋਣਾ ਹੈ। ਇਸ ਕਰਕੇ ਹਰ ਕੰਮ ਨੂੰ ਕਰਨ ਤੋਂ ਪਹਿਲੇ ਤੋਲੋ, ਫਿਰ ਸੋਚੋ। ਬੋਲੋ ਦੀ ਹਾਲੇ ਸੈਕੰਡ ਅਵਸਥਾ ਹੈ। ਸੈਂਸਿਟੀਵਿਟੀ ਲੈਵਲ ਹੋਰ ਤੀਬਰ ਕਰਨ ਦੀ ਜ਼ਰੂਰਤ ਹੈ। ਸੋਚ ਪੱਧਰ ਤੇ ਨਿਬੇੜਾ ਹੋ ਜਾਣਾ ਹੈ। ਬੋਲ ਕੇ ਕਰਕੇ ਤਾਂ ਬਾਕੀ ਦੁਨੀਆ ਨੂੰ ਪਤਾ ਲੱਗਦਾ ਹੈ, ਪਰ ਜੋ ਗੁਰੂ, ਜੋ ਅਕਾਲ ਪੁਰਖ ਘਟ ਕੇ ਅੰਤਰੇ ਕੀ ਜਾਣਤ ਹੈ, ਉਹ ਸਾਡੇ ਘਟ ਵਿੱਚ ਸੋਚਿਆ ਕੀ ਜਾ ਰਿਹਾ ਹੈ,
ਸਾਡਾ ਥਰਮਾਮੀਟਰ ਅਧਿਆਤਮਕ ਥਰਮਾਮੀਟਰ ਸਾਡਾ ਕਰਮੀ ਦੀ ਵਿਚਾਰ ਸਾਡੀ ਸੋਚ ਦੀ ਵਿਚਾਰ ਹੋ ਜਾਣੀ ਹੈ। ਇਸ ਕਰਕੇ ਅਸੀਂ ਪੈਰਾ ਆਪਣੀ ਸੋਚ ਪੱਧਰ ਤੇ ਲਾਉਣ ਦੀ ਲੋੜ ਹੈ। ਇਹ ਹੈ ਧਰਮਖੰਡ ਨੂੰ ਬੁੱਝਣਾ ਤੇ ਧਰਮਖੰਡ ਅਨੁਸਾਰ, ਇਸ ਸੋਝੀ ਅਨੁਸਾਰ, ਇਸ ਅਵਸਥਾ ਤੇ ਆਪਣਾ ਪੈਰੇ ਨੂੰ ਪੱਕਿਆਂ ਕਰਨਾ ਕਿ ਮਨ ਮੇਰੇ ਤੂੰ ਜੋ ਕਰ ਰਹੇ ਹੈ, ਜੋ ਮੈਂ ਮਨ ਤੇ ਸੋਚ ਰਿਹਾ, ਇਸ ਦੀ ਵਿਚਾਰ ਉਹਦੀ ਸੱਚੇ ਦਰਬਾਰ ਵਿੱਚ ਜਾ ਕੇ ਹੋ ਜਾਣੀ ਹੈ। ਤੋ ਇਹ ਜੋ ਸੋਝੀ ਹੈ, ਇਸ ਸੋਝੀ ਦਾ ਹੋਣਾ ਧਰਮਖੰਡ ਵਿੱਚ ਵਿਚਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।